ਹੈਲੋ एवरीवन ਵੈਲਕਮ ਟੂ ਕਰੀਅਰ ਕੁਐਸਟ। ਹੋਪਫੁਲੀ ਤੁਸੀਂ ਸਾਰੇ ਵਧੀਆ ਹੋਵੋਗੇ ਤੇ ਬਹੁਤ ਅੱਛੇ ਤਰੀਕੇ ਦੇ ਨਾਲ ਆਪਣੇ ਐਗਜ਼ਾਮ ਦੀ ਪ੍ਰੈਪਰੇਸ਼ਨ ਕਰ ਰਹੇ ਹੋਵੋਗੇ। ਸੋ ਅੱਜ ਆਪਣਾ ਨੈਕਸਟ ਲੈਕਚਰ ਹੈ ਜੋ ਪੰਜਾਬ ਹਿਸਟਰੀ ਐਂਡ ਕਲਚਰ ਦੇ ਆਪਾਂ ਐਮਸੀਕਿਊਜ਼ ਨੂੰ ਸਟਾਰਟ ਕੀਤਾ ਹੋਇਆ। ਸੋ ਇਹਦੇ ਵਿੱਚ ਤੁਹਾਨੂੰ 300 ਪਲੱਸ ਐਮਸੀਕਿਊ ਨੇ ਜੋ ਤੁਹਾਨੂੰ ਸਟੱਡੀ ਕਰਵਾਵਾਂਗੇ, ਜਿਹਦੇ ਨਾਲ ਤੁਹਾਨੂੰ ਕਰਨ ਤੋਂ ਬਾਅਦ ਆਫਟਰ ਦੈਟ ਤੁਸੀਂ ਕੀ ਕਰੋਗੇ, ਆਪਣੇ ਆਪ ਦੇ ਵਿੱਚ ਇੱਕ ਕੌਨਫੀਡੈਂਸ ਫੀਲ ਕਰੋਗੇ ਕਿ ਹਾਂਜੀ ਤੁਸੀਂ ਪੰਜਾਬ ਹਿਸਟਰੀ ਐਂਡ ਕਲਚਰ ਕੀਤਾ ਹੋਇਆ ਹੈ। ਸਭ ਨੂੰ ਪਤਾ ਕਿ ਪੰਜਾਬ ਹਿਸਟਰੀ ਐਂਡ ਕਲਚਰ 16 ਮਾਰਕਸ ਦਾ ਤੁਹਾਡੇ ਐਗਜ਼ਾਮ ਦੇ ਵਿੱਚ ਆਉਣਾ ਤੇ ਇਸ ਤੋਂ ਇਲਾਵਾ ਵੀ ਜੋ 50 ਮਾਰਕਸ ਦਾ ਪਹਿਲਾ ਪੇਪਰ ਹੋਣਾ ਤੁਹਾਡਾ ਕੁਆਲੀਫਾਈ ਨੇਚਰ ਦਾ, ਉਸ ਦੇ ਵਿੱਚ ਵੀ ਬਹੁਤ ਸਾਰੇ ਕੁਐਸਚਨਸ ਪੁੱਛੇ ਜਾਣਗੇ ਇਹਨਾਂ ਕੁਐਸਚਨਸ ਦੇ ਵਿੱਚੋਂ। ਸੋ ਅੱਜ ਦੀ ਕਲਾਸ ਨੂੰ ਸਟਾਰਟ ਕਰਦੇ ਹਾਂ। ਫਸਟ ਕੁਐਸਚਨ ਹੈ ਜੀ ਸਾਡਾ। ਫਸਟਲੀ ਤੁਸੀਂ ਕੀ ਕਰਿਆ ਕਰੋ, ਕੁਐਸਚਨ ਨੂੰ ਰੀਡ ਡਾਊਨ ਕਰਿਆ ਕਰੋ ਤੇ ਵਿਦਿਨ 30 ਸੈਕਿੰਡ ਤੁਸੀਂ ਆਨਸਰ ਖੁਦ ਆਪਣੇ ਆਪ ਕਰਨ ਦੀ ਕੋਸ਼ਿਸ਼ ਕਰਿਆ ਕਰੋ, ਠੀਕ ਹੈ, ਤਾਂ ਜੋ ਤੁਹਾਨੂੰ ਪਤਾ ਲੱਗੇ ਕਿ ਤੁਹਾਡੀ ਜੋ ਤਿਆਰੀ ਉਹ ਕਿੱਥੋਂ ਤੱਕ ਹੈ। ਕਿਉਂਕਿ ਫਸਟਲੀ ਤੁਸੀਂ ਕੀ ਕਰੋ, ਥਿਓਰੀ ਦੇ ਲੈਕਚਰਸ ਦੇਖੋ, ਆਫਟਰ ਦੈਟ ਐਮਸੀਕਿਊਜ਼ ਅਟੈਂਪਟ ਕਰਨ ਦੀ ਕੋਸ਼ਿਸ਼ ਕਰਿਓ। ਫਸਟ ਕੁਐਸਚਨ ਹੈ, ਕਹਿੰਦੇ ਹੂ ਇਜ਼ ਨੋਨ ਐਜ਼ ਅ ਫਾਦਰ ਆਫ ਮਾਡਰਨ ਪੰਜਾਬੀ ਲਿਟਰੇਚਰ। ਦੇਖੋ ਇੱਥੇ ਵਰਡ, ਹਰ ਇੱਕ ਵਰਡ ਦਾ ਮਤਲਬ ਸਮਝਣ ਦੀ ਕੋਸ਼ਿਸ਼ ਕਰਨੀ ਹੈ। ਹੁਣ ਕੁਐਸਚਨ ਕੀ ਪੁੱਛਿਆ ਗਿਆ ਹੈ ਕਿ ਸਾਡੀ ਜੋ ਮਾਡਰਨ ਪੰਜਾਬੀ ਹੈ ਉਸਦੇ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ। ਅਗਰ ਕੁਐਸਚਨ ਇਸ ਤਰੀਕੇ ਨਾਲ ਹੁੰਦਾ ਹੂ ਇਜ਼ ਅ ਫਾਦਰ ਆਫ ਪੰਜਾਬੀ ਲਿਟਰੇਚਰ ਤਾਂ ਆਨਸਰ ਕੁਝ ਹੋਰ ਹੋਣਾ ਸੀ, ਬਟ ਇੱਥੇ ਕੁਐਸਚਨ ਕੀ ਪੁੱਛਿਆ, ਹੂ ਇਜ਼ ਅ ਫਾਦਰ ਆਫ ਮਾਡਰਨ ਪੰਜਾਬੀ ਲਿਟਰੇਚਰ, ਕਿ ਅੱਜ ਦੇ ਜੋ ਆਧੁਨਿਕ ਜੋ ਪੰਜਾਬੀ ਲਿਟਰੇਚਰ ਹੈ ਉਹਦੇ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ। ਅਗਰ ਪੁੱਛਿਆ ਜਾਵੇ ਹੂ ਇਜ਼ ਅ ਫਾਦਰ ਆਫ ਪੰਜਾਬੀ ਲਿਟਰੇਚਰ ਤਾਂ ਆਨਸਰ ਹੋਏਗਾ ਬਾਬਾ ਫਰੀਦ ਜੀ, ਠੀਕ ਹੈ, ਤਾਂ ਆਨਸਰ ਕੀ ਹੁੰਦਾ, ਬਾਬਾ ਫਰੀਦ ਜੀ। ਅਗਰ ਪੁੱਛਿਆ ਜਾਵੇ ਹੂ ਇਜ਼ ਅ ਫਾਦਰ ਆਫ ਪੰਜਾਬੀ ਮਾਡਰਨ ਲਿਟਰੇਚਰ ਤਾਂ ਆਨਸਰ ਹੋਏਗਾ ਆਪਸ਼ਨ ਸੀ, ਭਾਈ ਵੀਰ ਸਿੰਘ ਜੀ। ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ। ਭਾਈ ਵੀਰ ਸਿੰਘ ਕੀ ਨੇ ਪੰਜਾਬੀ ਮਾਡਰਨ ਲਿਟਰੇਚਰ ਦੇ ਫਾਦਰ ਨੇ। ਭਾਈ ਵੀਰ ਸਿੰਘ ਦੀ ਗੱਲ ਕੀਤੀ ਜਾਵੇ ਤਾਂ 1955 ਦੇ ਵਿੱਚ 1955 ਦੇ ਵਿੱਚ ਭਾਈ ਵੀਰ ਸਿੰਘ ਪਹਿਲੇ ਸਨ ਜਿਨ੍ਹਾਂ ਨੂੰ ਸਾਹਿਤਯ ਅਕੈਡਮੀ ਅਵਾਰਡ ਮਿਲਿਆ ਸੀ। ਇਹ ਵੀ ਪੁੱਛਿਆ ਜਾ ਸਕਦਾ ਹੈ ਹੂ ਵਾਸ ਦ ਫਰਸਟ ਪਰਸਨ ਜਿਸ ਨੂੰ ਸਾਹਿਤਯ ਅਕੈਡਮੀ ਅਵਾਰਡ ਮਿਲਿਆ ਸੀ, ਤਾਂ ਉਹ ਭਾਈ ਵੀਰ ਸਿੰਘ ਜੀ ਸਨ। ਇਹਨਾਂ ਨੇ ਖਾਲਸਾ ਟਰੈਕਟ ਸੁਸਾਇਟੀ ਵੀ ਚਲਾਈ ਸੀ। ਖਾਲਸਾ ਟਰੈਕਟ ਸੁਸਾਇਟੀ ਸੀ ਉਹ ਕਿਸ ਦੇ ਦੁਆਰਾ ਕੀਤੀ ਗਈ ਸੀ ਓਪਨ, ਤਾਂ ਆਨਸਰ ਹੋਏਗਾ ਭਾਈ ਵੀਰ ਸਿੰਘ ਜੀ ਦੇ ਦੁਆਰਾ ਓਪਨ ਕੀਤੀ ਗਈ ਸੀ ਖਾਲਸਾ ਟਰੈਕਟ ਸੁਸਾਇਟੀ। ਇੱਕ ਕੋਆਪਰੇਟਿਵ ਬੈਂਕ ਦੇ ਐਗਜ਼ਾਮ ਦੇ ਕਲਰਕ ਦੇ ਐਗਜ਼ਾਮ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਸੀ ਹੂ ਵਾਸ ਅ ਫਾਊਂਡਰ ਆਫ ਖਾਲਸਾ ਟਰੈਕਟ ਸੁਸਾਇਟੀ, ਤਾਂ ਆਨਸਰ ਹੋਏਗਾ ਭਾਈ ਵੀਰ ਸਿੰਘ। ਤੇ ਭਾਈ ਵੀਰ ਸਿੰਘ ਪੰਜਾਬੀ ਮਾਡਰਨ ਲਿਟਰੇਚਰ ਦੇ ਫਾਦਰ ਨੇ। ਤੇ ਇਸ ਤੋਂ ਇਲਾਵਾ ਅਗਰ ਰਚਨਾਵਾਂ ਦੀ ਗੱਲ ਕੀਤੀ ਜਾਵੇ, ਠੀਕ ਹੈ, ਤ੍ਰੇਲ ਤੁਪਕੇ, ਆਪਣੇ ਇਸ ਤਰੀਕੇ ਦੇ ਮਟਕ ਹੁਲਾਰੇ, ਠੀਕ ਹੈ, ਇਹ ਸਾਰੀਆਂ ਇਹਨਾਂ ਦੀਆਂ ਰਚਨਾਵਾਂ ਨੇ। ਅਗਰ ਪੁੱਛਿਆ ਜਾਵੇ, ਅਗਰ ਤੁਹਾਨੂੰ ਕੁਐਸਚਨ ਪੁੱਛਿਆ ਜਾਵੇ ਹੂ ਇਜ਼ ਅ ਫਾਦਰ ਆਫ ਪੰਜਾਬੀ ਲਿਟਰੇਚਰ ਤਾਂ ਆਨਸਰ ਹੋਏਗਾ ਬਾਬਾ ਫਰੀਦ ਜੀ। ਬਾਬਾ ਫਰੀਦ ਜੀ ਕੀ ਸਨ, ਪੰਜਾਬੀ ਲਿਟਰੇਚਰ ਦੇ ਕੀ ਸਨ, ਪਿਤਾਮਾ ਸਨ, ਜਿਨ੍ਹਾਂ ਦੀਆਂ ਰਚਨਾਵਾਂ ਨੇ ਇਸ਼ਕ ਹਕੀਕੀ ਤੇ ਇਸ਼ਕ ਮਜਾਜੀ। ਇਸ਼ਕ ਹਕੀਕੀ ਤੇ ਇਸ਼ਕ ਮਜਾਜੀ ਕੀ ਨੇ, ਉਹਨਾਂ ਦੀਆਂ ਰਚਨਾਵਾਂ ਨੇ, ਕਿਹਨਾਂ ਦੀਆਂ, ਬਾਬਾ ਫਰੀਦ ਜੀ ਦੀਆਂ, ਤੇ ਉਹ ਪੰਜਾਬੀ ਲਿਟਰੇਚਰ ਦੇ ਪਿਤਾਮਾ ਨੇ। ਅਗਰ ਦੇਖਿਆ ਜਾਵੇ ਨੈਕਸਟ ਆਪਸ਼ਨ ਹੈ ਤੁਹਾਡਾ ਅੰਮ੍ਰਿਤਾ ਪ੍ਰੀਤਮ। ਅੰਮ੍ਰਿਤਾ ਪ੍ਰੀਤਮ ਵਾਸ ਅ ਫਸਟ ਫੀਮੇਲ ਪੋਇਟ ਜਿਨ੍ਹਾਂ ਨੂੰ ਸਾਹਿਤਯ ਅਕੈਡਮੀ ਅਵਾਰਡ ਮਿਲਿਆ ਸੀ 1956 ਦੇ ਵਿੱਚ, ਠੀਕ ਹੈ ਜੀ, 1956 ਦੇ ਵਿੱਚ ਉਹਨਾਂ ਨੂੰ ਸਾਹਿਤਯ ਅਕੈਡਮੀ ਅਵਾਰਡ ਮਿਲਿਆ ਸੀ ਤੇ ਪਹਿਲੀ ਫੀਮੇਲ ਪੋਇਟ ਹੋਏ ਨੇ ਅੰਮ੍ਰਿਤਾ ਪ੍ਰੀਤਮ ਜੀ। ਅੰਮ੍ਰਿਤਾ ਪ੍ਰੀਤਮ ਜੀ ਦੀ ਆਟੋਬਾਇਓਗ੍ਰਾਫੀ ਕਿਹੜੀ ਸੀ, ਰਸੀਦੀ ਟਿਕਟ, ਠੀਕ ਹੈ ਜੀ, ਉਹਨਾਂ ਦੀ ਆਟੋਬਾਇਓਗ੍ਰਾਫੀ ਕਿਹੜੀ ਸੀ, ਰਸੀਦੀ ਟਿਕਟ। ਰਸੀਦੀ ਟਿਕਟ ਸੀ ਆਟੋਬਾਇਓਗ੍ਰਾਫੀ ਆਫ ਅੰਮ੍ਰਿਤਾ ਪ੍ਰੀਤਮ। ਤੇ ਅੰਮ੍ਰਿਤਾ ਪ੍ਰੀਤਮ ਦੀਆਂ ਹੋਰ ਵੀ ਕਾਫੀ ਫੇਮਸ ਰਚਨਾਵਾਂ ਨੇ, ਜਿਵੇਂ ਦਿੱਲੀ ਦੀਆਂ ਗਲੀਆਂ, ਠੀਕ ਹੈ ਜੀ, ਦਿੱਲੀ ਦੀਆਂ ਗਲੀਆਂ, ਦਿੱਲੀ ਦੀਆਂ ਗਲੀਆਂ, ਠੀਕ ਹੈ, ਦਿੱਲੀ ਦੀਆਂ ਗਲੀਆਂ, ਪਿੰਜਰ ਹੋ ਗਿਆ, ਕਾਗਜ਼ ਤੇ ਕਨਵੈਂਸ ਹੋ ਗਿਆ, ਠੀਕ ਹੈ ਜੀ। ਸੋ ਇਹ ਰਚਨਾਵਾਂ ਨੇ ਅੰਮ੍ਰਿਤਾ ਪ੍ਰੀਤਮ ਜੀ ਦੀਆਂ। ਇਸ ਤੋਂ ਇਲਾਵਾ ਨਾਨਕ ਸਿੰਘ ਦੀ ਗੱਲ ਕੀਤੀ ਜਾਵੇ, ਜੇ ਪੁੱਛਿਆ ਜਾਵੇ ਹੂ ਇਜ਼ ਅ ਫਾਦਰ ਆਫ ਪੰਜਾਬੀ ਨਾਵਲ, ਠੀਕ ਹੈ ਜੀ, ਪੰਜਾਬੀ ਨਾਵਲ ਦੇ ਪਿਤਾਮਾ ਕੌਣ ਨੇ, ਤਾਂ ਆਨਸਰ ਹੋਏਗਾ ਨਾਨਕ ਸਿੰਘ।
ਤੇ ਨਾਨਕ ਸਿੰਘ ਦੀਆਂ ਬਹੁਤ ਸਾਰੀਆਂ ਰਚਨਾਵਾਂ ਨੇ ਜੋ ਐਗਜ਼ਾਮ ਦੇ ਵਿੱਚ ਪੁੱਛੀਆਂ ਜਾਂਦੀਆਂ, ਜਿਵੇਂ ਕਿ ਹੋ ਗਿਆ ਖੂਨੀ ਵਿਸਾਖੀ। ਖੂਨੀ ਵਿਸਾਖੀ ਉਹਨਾਂ ਦੀ ਬਹੁਤ ਇੱਕ ਕੀ ਹੈ ਫੇਮਸ ਰਚਨਾ ਹੈ ਜੋ ਐਗਜ਼ਾਮ ਦੇ ਵਿੱਚ ਪੁੱਛੀ ਜਾਂਦੀ ਹੈ। ਠੀਕ ਹੈ ਜੀ, ਖੂਨੀ ਵਿਸਾਖੀ ਕਿਹਨਾਂ ਦੀ ਰਚਨਾ ਹੈ? ਨਾਨਕ ਸਿੰਘ ਦੀ ਹੈ ਤੇ ਉਹਨਾਂ ਨੂੰ ਫਾਦਰ ਆਫ ਪੰਜਾਬੀ ਨੋਵਲ ਕਿਹਾ ਜਾਂਦਾ ਹੈ। ਖੂਨੀ ਵਿਸਾਖੀ ਐਕਚੁਅਲੀ ਜਦੋਂ ਜਲਿਆਂਵਾਲੇ ਬਾਗ ਦਾ ਹੱਤਿਆਕਾਂਡ ਹੋਇਆ ਸੀ ਤਾਂ ਨਾਨਕ ਸਿੰਘ ਨੇ ਆਪਣੀ, ਉਹ ਛੋਟੇ ਜਿਹੇ ਹੁੰਦੇ ਸੀ ਤੇ ਉਹਨਾਂ ਨੇ ਉਹ ਜੋ ਹੱਤਿਆਕਾਂਡ ਸੀ ਆਪਣੇ ਅੱਖੀ ਦੇਖਿਆ ਸੀ ਤੇ ਉਸ ਹੱਤਿਆਕਾਂਡ ਨੂੰ ਉਹਨਾਂ ਨੇ ਆਪਣੀ ਬੁੱਕ ਖੂਨੀ ਵਿਸਾਖੀ ਦੇ ਵਿੱਚ ਬਿਆਨ ਕੀਤਾ ਹੈ। ਠੀਕ ਹੈ ਜੀ, ਸੋ ਆਪਾਂ ਨੈਕਸਟ ਕੁਐਸਚਨ ਦੇ ਮੂਵ ਕਰਦੇ ਹਾਂ। ਨੈਕਸਟ ਕੁਐਸਚਨ ਹੈ ਸਾਡਾ ਰਸੀਦੀ ਟਿਕਟ ਇਜ਼ ਐਨ ਆਟੋਬਾਇਓਗ੍ਰਾਫੀ ਰਿਟਨ ਬਾय। ਕਹਿੰਦੇ ਜੋ ਰਸੀਦੀ ਟਿਕਟ ਹੈ ਉਹ ਕਿਹਨਾਂ ਦੀ ਆਟੋਬਾਇਓਗ੍ਰਾਫੀ ਹੈ? ਆਲਰੇਡੀ ਆਪਾਂ ਡਿਸਕਸ ਕਰ ਚੁੱਕੇ ਹਾਂ ਕਿ ਜੋ ਰਸੀਦੀ ਟਿਕਟ ਉਹ ਕਿਹਨਾਂ ਦੀ ਆਟੋਬਾਇਓਗ੍ਰਾਫੀ ਹੈ? ਆਪਸ਼ਨ ਡੀ ਇਜ਼ ਦਾ ਰਾਈਟ ਆਨਸਰ, ਅੰਮ੍ਰਿਤਾ ਪ੍ਰੀਤਮ। ਤੇ ਉਹ ਪਹਿਲੇ ਫੀਮੇਲ ਪੋਇਟ ਹੋਏ ਨੇ ਅੰਮ੍ਰਿਤਾ ਪ੍ਰੀਤਮ ਜੀ। ਤੇ ਅੰਮ੍ਰਿਤਾ ਪ੍ਰੀਤਮ ਜਿਹਨੂੰ 1956 ਦੇ ਵਿੱਚ ਸਾਹਿਤਿਆ ਅਕੈਡਮੀ ਅਵਾਰਡ ਮਿਲਿਆ। ਅਗਰ ਜਨਪਿਥ ਅਵਾਰਡ ਦੀ ਗੱਲ ਕੀਤੀ ਜਾਵੇ, ਦੇਖੋ ਜੋ ਜਨਪਿਥ ਅਵਾਰਡ ਹੈ ਇਹ ਲਿਟਰੇਚਰ ਦੇ ਵਿੱਚ ਹੀ ਮਿਲਦਾ ਹੈ, ਪੂਰੀ ਇੰਡੀਆ ਦੇ ਵਿੱਚ ਇਹ ਜਨਪਿਥ ਅਵਾਰਡ ਮਿਲਦਾ ਤੇ ਲਿਟਰੇਚਰ ਦੇ ਵਿੱਚ ਇਹ ਅਵਾਰਡ ਮਿਲਦਾ, ਹਰ ਲੈਂਗੁਏਜ ਦੇ ਵਿੱਚ ਮਿਲਦਾ। ਅਗਰ ਪੁੱਛਿਆ ਜਾਵੇ ਕਿ ਜੋ ਜਨਪਿਥ ਅਵਾਰਡ ਹੈ ਪੰਜਾਬੀ ਲਿਟਰੇਚਰ ਦੇ ਵਿੱਚ, ਪੰਜਾਬੀ ਲੈਂਗੁਏਜ ਦੇ ਵਿੱਚ ਕਿਸ ਨੂੰ ਮਿਲਿਆ ਹੋਇਆ, ਤਾਂ ਓਨਲੀ 2 ਪਰਸਨ ਨੇ ਪੰਜਾਬ ਦੇ ਜੋ ਪੰਜਾਬੀ ਜਿਨ੍ਹਾਂ ਨੂੰ ਪੰਜਾਬੀ ਲਿਟਰੇਚਰ ਦੇ ਲਈ ਜਨਪਿਥ ਅਵਾਰਡ ਮਿਲਿਆ ਹੋਇਆ। ਉਹ ਕਿਹੜੇ ਦੋ ਨੇ? ਇੱਕ ਤਾਂ ਨੇ ਜੀ ਸਾਡੇ ਅੰਮ੍ਰਿਤਾ ਪ੍ਰੀਤਮ, ਅੰਮ੍ਰਿਤਾ ਪ੍ਰੀਤਮ ਜੀ ਨੂੰ ਮਿਲਿਆ, ਇਹ ਫੀਮੇਲ ਪੋਇਟ ਨੇ, ਤੇ ਇੱਕ ਮੇਲ ਪੋਇਟ ਨੇ ਭਾਈ ਗੁਰਦਿਆਲ ਸਿੰਘ। ਠੀਕ ਹੈ ਜੀ, ਗੁਰਦਿਆਲ ਸਿੰਘ ਤੇ ਅੰਮ੍ਰਿਤਾ ਪ੍ਰੀਤਮ ਨੂੰ ਜਨਪਿਥ ਅਵਾਰਡ ਮਿਲਿਆ ਹੋਇਆ ਹੈ। ਦੋ ਹੀ ਪੰਜਾਬੀ ਲਿਟਰੇਚਰ ਦੇ ਪੋਇਟ ਹੋਏ ਨੇ, ਗੁਰਦਿਆਲ ਸਿੰਘ ਤੇ ਅੰਮ੍ਰਿਤਾ ਪ੍ਰੀਤਮ, ਜਿਨ੍ਹਾਂ ਨੂੰ ਜਨਪਿਥ ਅਵਾਰਡ ਮਿਲਿਆ ਹੋਇਆ। ਇਹਨਾਂ ਦੀ ਆਟੋਬਾਇਓਗ੍ਰਾਫੀ ਦੇ ਵਿੱਚੋਂ ਬਹੁਤ ਵਾਰ ਕੁਐਸਚਨ ਪੁੱਛਿਆ ਗਿਆ ਕਿ ਉਹਦਾ ਨਾਮ ਕੀ ਹੈ, ਤਾਂ ਰਸੀਦੀ ਟਿਕਟ ਹੈ। ਇਸ ਤੋਂ ਇਲਾਵਾ ਇਹਨਾਂ ਦੀ ਪਿੰਜਰ ਜਿਹੜੀ ਰਚਨਾ ਸੀ, ਇਸ ਦੇ ਉੱਤੇ ਫਿਲਮ ਵੀ ਬਣੀ ਸੀ, ਹਿੰਦੀ ਮੂਵੀ ਬਣੀ ਸੀ ਪਿੰਜਰ। ਇਸ ਤੋਂ ਇਲਾਵਾ ਇਹਨਾਂ ਦੀ ਰਚਨਾ ਹੈ ਦਿੱਲੀ ਦੀਆਂ ਗਲੀਆਂ। ਦਿੱਲੀ ਦੀਆਂ ਗਲੀਆਂ ਇਹਨਾਂ ਦੀ ਫੇਮਸ ਰਚਨਾ ਹੈ। ਕਾਗਜ਼ ਤੇ ਕਨਵੈਂਸ ਇਹਨਾਂ ਦੀ ਇੱਕ ਰਚਨਾ ਹੈ ਜੋ ਬਹੁਤ ਜ਼ਿਆਦਾ ਫੇਮਸ ਰਚਨਾਵਾਂ ਨੇ। ਨੈਕਸਟ ਆਪਾਂ ਗੱਲ ਕਰਦੇ ਹਾਂ, ਕਹਿੰਦੇ ਵਿਚ ਆਫ ਦ ਫੋਲੋਇੰਗ ਬੁੱਕ ਇਜ਼ ਨਾਟ ਰਿਟਨ ਬਾय ਜਨਪਿਥ ਅਵਾਰਡ ਵਿਨਰ ਪੰਜਾਬੀ ਨੋਵਲਿਸਟ ਗੁਰਦਿਆਲ ਸਿੰਘ। ਕਹਿੰਦੇ ਨੀਚੇ ਮੈਂ ਆਲਰੇਡੀ ਦੱਸ ਚੁੱਕੀ ਹਾਂ ਕਿ ਭਾਈ ਗੁਰਦਿਆਲ ਸਿੰਘ ਨੂੰ ਜਨਪਿਥ ਅਵਾਰਡ ਮਿਲਿਆ ਸੀ ਤੇ ਪੁੱਛਿਆ ਗਿਆ ਕਿ ਨੀਚੇ ਦਿੱਤਿਆਂ ਦੇ ਵਿੱਚੋਂ ਕਿਹੜੀ ਰਚਨਾ ਹੈ ਜੋ ਭਾਈ ਵੀਰ ਸਿੰਘ ਜੀ ਦੇ ਦੁਆਰਾ ਨਹੀਂ ਲਿਖੀ ਗਈ। ਆਪਾਂ ਦੇਖ ਲੈਂਦੇ ਹਾਂ ਕਿਹੜੀ ਕਿਹੜੀ ਉਹਨਾਂ ਦੇ ਦੁਆਰਾ ਲਿਖੀਆਂ ਗਈਆਂ ਨੇ। ਫਸਟਲੀ ਆਪਾਂ ਦੇਖਾਂਗੇ, ਦੇਖੋ ਮੜੀ ਦਾ ਦੀਵਾ, ਮੜੀ ਦਾ ਦੀਵਾ ਉਹਨਾਂ ਦੇ ਦੁਆਰਾ ਹੀ ਲਿਖਿਆ, ਭਾਈ ਗੁਰਦਿਆਲ ਸਿੰਘ ਦੇ ਦੁਆਰਾ ਹੀ ਲਿਖਿਆ ਗਿਆ। ਕੁਐਸਚਨ ਧਿਆਨ ਨਾਲ ਪੜ੍ਹਨਾ ਹੈ ਕਿ ਵਿਚ ਇਜ਼ ਨਾਟ, ਠੀਕ ਹੈ, ਜਿਹੜੀ ਨਹੀਂ ਲਿਖੀ ਗਈ। ਦੇਖੋ ਮੜੀ ਦਾ ਦੀਵਾ ਉਹਨਾਂ ਦੀ ਹੀ ਰਚਨਾ ਹੈ, ਉਹਨਾਂ ਦੀਆਂ ਰਚਨਾਵਾਂ ਤੁਸੀਂ ਯਾਦ ਕਰ ਸਕਦੇ ਹੋ। ਅੱਧ ਚਾਨਣੀ ਰਾਤ, ਅੱਧ ਚਾਨਣੀ ਰਾਤ ਉਹਨਾਂ ਦੀ ਰਚਨਾ ਹੈ। ਮੜੀ ਦਾ ਦੀਵਾ ਉਹਨਾਂ ਦੀ ਰਚਨਾ ਹੈ। ਠੀਕ ਹੈ ਜੀ, ਕੁੱਤਾ ਤੇ ਮਨੁੱਖ, ਠੀਕ ਹੈ, ਉਹਨਾਂ ਦੀ ਰਚਨਾ ਹੈ। ਬੰਦਾ ਤੇ ਕੁੱਤਾ ਉਹਨਾਂ ਦੀ ਇੱਕ ਰਚਨਾ ਹੈ। ਠੀਕ ਹੈ ਜੀ, ਬੂਹਾ ਵੀ ਉਹਨਾਂ ਦੀ ਹੀ ਇੱਕ ਰਚਨਾ ਹੈ। ਠੀਕ ਹੈ, ਬੂਹਾ ਵੀ ਭਾਈ ਗੁਰਦਿਆਲ ਸਿੰਘ ਦੀ ਰਚਨਾ ਹੈ। ਆਸਤਕ ਨਾਸਤਕ ਆਦਮਖੋਰ ਉਹਨਾਂ ਦੀ ਰਚਨਾ ਨਹੀਂ ਹੈ। ਸੋ ਆਪਸ਼ਨ ਬੀ ਇਜ਼ ਅ ਰਾਈਟ ਆਨਸਰ, ਆਦਮਖੋਰ ਉਹਨਾਂ ਦੀ ਰਚਨਾ ਨਹੀਂ ਹੈ। ਆਪਸ਼ਨ ਬੀ ਇਜ਼ ਅ ਰਾਈਟ ਆਨਸਰ। ਨੈਕਸਟ ਕੁਐਸਚਨ ਹੈ, ਕਹਿੰਦੇ ਪਿਓ ਪੁੱਤਰ ਇਜ਼ ਪੰਜਾਬੀ ਨੋਵਲ ਰਿਟਨ ਬਾय। ਕਹਿੰਦੇ ਪੰਜਾਬੀ ਨੋਵਲ ਹੈ ਪਿਓ ਪੁੱਤਰ। ਕਹਿੰਦੇ ਉਹ ਜਿਹੜਾ ਨੋਵਲ ਹੈ ਉਹ ਕਿਸ ਦੇ ਦੁਆਰਾ ਲਿਖਿਆ ਗਿਆ ਹੈ। ਇਸ ਕੁਐਸਚਨ ਦਾ ਆਨਸਰ ਤੁਸੀਂ ਖੁਦ ਕਰਨ ਦੀ ਕੋਸ਼ਿਸ਼ ਕਰਨੀ ਹੈ ਤੇ ਇਸ ਕੁਐਸਚਨ ਦਾ ਆਨਸਰ ਹੈ ਸੁਰਿੰਦਰ ਸਿੰਘ ਨਰੂਲਾ। ਆਪਸ਼ਨ ਏ ਇਜ਼ ਅ ਰਾਈਟ ਆਨਸਰ। ਜੋ ਪਿਓ ਪੁੱਤਰ ਨੋਵਲ ਹੈ ਇਹ ਕਿਸ ਦੇ ਦੁਆਰਾ ਲਿਖਿਆ ਗਿਆ ਹੈ? ਸੁਰਿੰਦਰ ਸਿੰਘ ਨਰੂਲਾ ਜੀ ਦੇ ਦੁਆਰਾ ਲਿਖਿਆ ਗਿਆ। ਇੱਕ ਕੁਐਸਚਨ ਪੁੱਛਿਆ ਜਾਂਦਾ ਹੈ ਕਿ ट्रेन टू पाकिस्तान, ठीक है, ट्रेन है जी पाकिस्तान की, किस दे द्वारा रचना लिखी गई है? वो भाई खुशवंत सिंह जी के द्वारा लिखी गई है। नेक्स्ट क्वेश्चन है, हु इज द ऑथर ऑफ फेमस पंजाबी बुक मेरा पिंड। कहते मेरा पिंड किस दी रचना है? ठीक है, एक नॉवल है, फेमस पंजाबी बुक है मेरा पिंड। कहते वो किस दे द्वारा लिखी गई है? कि बलवंत सिंह गर्गी, गुरदित सिंह, सोहन सिंह सीतल ते नवरिंदर सिंह कपूर। ये जो मेरा पिंड है वो किसके द्वारा लिखी गई है? इस
क्वेश्चन का तुसी आंसर मैनू कमेंट बॉक्स दे विच दसोगे कि मेरा पिंड रचना किस दी राइटिंग है। नैक्सट है कहते विच फीमेल फोक सिंगर इज पॉपुलरली नोन एज नाइटिंगेल ऑफ पंजाब। इंपॉर्टेंट क्वेश्चन है, बहुत बार एग्जाम दे विच पूछा गया है। क्वेश्चन की पूछा गया है कि पंजाब दी कोयल किसनू कहा जाता सी। उन्हां दी रिसेंटली डेथ हुई सी जदों अपना करोना सी, उससे विच उन्हां दी डेथ हुई सी ते उन्हां दा नाम की है जी, पंजाब दी कोयल किन्हां नू कहा जाता है। ऑप्शन सी इज अ राइट आंसर, बीबी सुरिंदर कौर नू। ठीक है जी, सुरिंदर कौर नू की कहा जाता है, पंजाब दी कोयल कहा जाता है। इसे तरीके दे नाल तुहानू पूछा जा सकता है कि अपना जिवें पंजाब दी कोयल पूछ लिया, उसे तरीके दे नाल तुहानू पूछा जा सकता है कि पंजाब दी जिहड़ी मदर टेरिस है वो किसनू कहा जाता है। वो कहा जाता है भगत पूरन सिंह नू। ठीक है जी, भगत पूरन सिंह नू की कहा जाता है, उन्होंने मदर टेरिसा ऑफ पंजाब कहा जाता है। ते सुरिंदर कौर नू नाइटिंगेल ऑफ पंजाब कहा जाता है। ते नाइटिंगेल सो आप नैक्सट क्वेश्चन दे मूव करते हैं। नैक्सट क्वेश्चन है कहते हु कंपोज द फेमस रोमांटिक एपिक हीर रांझा। कहते हीर रांझा किस दी रचना है। ये एग्जाम दे विच बहुत बार पूछी गई है ते किस दी रचना है। ऑप्शन सी इज अ राइट आंसर, वारिस शाह। ठीक है जी, वारिस शाह दी रचना है। ऑप्शन सी इज अ राइट आंसर। ये किसकी रचना है। जो हीर रांझा है ओहो किसकी रचना है, वारिस शाह दी रचना है। नैक्सट क्वेश्चन मूव करते हैं। एक हीर रांझा, एक नैक्सट है मिर्जा साहबा पूछा जा सकता है। हीर रांझा जिवें वारिस शाह पूछ लिया सी। ठीक है, मिर्जा साहबा दमोदर ते पीलू दोनों ने ही लिखिया सी। ठीक है, दमोदर ने लिखिया सी जो मिर्जा साहब है। इस तरीके दे नाल तुहानूं सारियां बुक्स याद होनियां चाहिए। नैक्सट क्वेश्चन है कहते पंजाबी नॉवल चिट्टा लहू इज रिटन बाय। बहुत ईजी क्वेश्चन है, देखो पूछा गया चिट्टा लहू ही बंदे दी रचना है। खूने विसाखी ते चिट्टा लहू एक, ठीक है, गुलाब दा फुल, चिट्टा लहू ते खूने विसाखी एक ही बंदे दी रचना है। इस तो इलावा आदमखोर, ठीक है जी, किसी रचना नहीं है। कहते आदमखोर है जिहड़ी वो भाई आपां गुरदयाल सिंह की गल कीती सी, भाई गुरदयाल सिंह की रचना नहीं है। जो आदमखोर, गुलाब दा फुल, खूनी विसाखी ते चिट्टा लहू दा नाम है। ऑप्शन सी इज अ राइट आंसर, नानक सिंह। ते नानक सिंह दा पुराना नाम सी हंस सिंह। ठीक है, हंस सिंह सी उन्हां दा नाम, बाद दे विच उन्हां दा नाम चेंज हो गया सी, नानक सिंह रखिया गया सी। ते नानक सिंह ही कौन ने, फादर ने पंजाबी नॉवल दे। ठीक है जी, फादर ऑफ पंजाबी नॉवल कौन ने साडे, नानक सिंह। अगर पूछा जाए पंजाब दी लिटरेचर दे तां बाबा फरीद जी, मॉडर्न पंजाबी लिटरेचर दे है भाई वीर सिंह जी। ते भाई वीर सिंह जी नूं की मिलिया सी, डॉक्टर ओरिएंटेड एक डिग्री भी मिली सी पंजाब यूनिवर्सिटी तो। ठीक है जी, ते ये फादर ने पंजाबी नॉवल दे। ठीक है जी, नानक सिंह पंजाबी नॉवल दे फादर ने। इस तो इलावा तुहानूं पंजाबी नाटककार भी पूछा जा सकता है। ठीक है जी, सो इन्हां सब दे जो फादर ने उन्हां नूं तुसीं जरूर याद रखना है। नैक्सट क्वेश्चन है कहते फॉर ईयर 2021 हु वन द साहित्य अकैडमी अवार्ड फॉर पंजाबी लैंग्वेज। कहते क्वेश्चन की पूछा है कहते 2021 दे विच, ठीक है, 2021 दे विच जिहड़ा पंजाबी लैंग्वेज है, पंजाबी लिटरेचर दे विच जिहड़ा अपना साहित्य अकैडमी अवार्ड है, ये किसने जितया। आप पिछे गल कीती सी नानक सिंह जी दी। ठीक है, नानक सिंह जी नूं भी जिहड़ा साहित्य अकैडमी अवार्ड मिलिया सी, उन्हां नूं मिलिया सी 1962 और 1969। ठीक है, इन्हां दोनों दे विच एक साल दे विच नानक सिंह जी नूं साहित्य अकैडमी अवार्ड मिलिया सी। इहदे विचों देखना किरपाल खालिद हुसैन। ऑप्शन सी इज अ राइट आंसर, किन्ना नूं मिलिया सी, अब मिलिया ऑप्शन सी इज अ राइट आंसर खालिद हुसैन नूं। ठीक है जी, 2021 दे विच जो साहित्य अकैडमी अवार्ड पंजाबी लैंग्वेज दे विच मिलिया वो मिलिया खालिद हुसैन नूं। ठीक है जी, तुसी मेनली याद किदे साहित्य अकैडमी अवार्ड रखने ने। एक तो भाई वीर सिंह जी, उन्होंने 1955 दे विच मिलिया सी जदों साहित्य अकैडमी अवार्ड मिलने स्टार्ट हुए सी। अगर साहित्य अकैडमी की गल की जाए तो कित्थे है, दिल्ली दे विच है। ठीक है, यह दिल्ली दे विच है।
1955 ਦੇ ਵਿੱਚ ਭਾਈ ਵੀਰ ਸਿੰਘ ਨੂੰ ਮਿਲਿਆ ਸੀ, 1956 ਦੇ ਵਿੱਚ ਪ੍ਰੀਤਮ ਅੰਮ੍ਰਿਤਾ ਪ੍ਰੀਤਮ ਜੀ ਨੂੰ ਮਿਲਿਆ ਸੀ। ਠੀਕ ਹੈ ਜੀ। ਨੈਕਸਟ ਕੁਐਸਚਨ ਹੈ, ਕਹਿੰਦੇ ਹੂ ਇਜ਼ ਦ ਓਨਲੀ ਪੰਜਾਬੀ ਨੋਵਲਿਸਟ ਟੂ ਗੈਟ ਅ ਪ੍ਰੈਸਟੀਜੀਅਸ ਜਨਪਿਤ ਅਵਾਰਡ। ਕਹਿੰਦੇ ਜਿਹੜਾ ਪੰਜਾਬੀ ਦਾ ਇਕਲੌਤਾ ਨੋਵਲਿਸਟ ਕਿਹੜਾ ਹੋਇਆ। ਦੇਖੋ ਇੱਕ ਤਾਂ ਫੀਮੇਲ ਨੋਵਲਿਸਟ ਹੈ, ਇੱਕ ਮੇਲ ਹੈ। ਤਾਂ ਮੇਲ ਨੋਵਲਿਸਟ ਦੀ ਗੱਲ ਕੀਤੀ ਗਈ ਹੈ ਕਿ ਉਹਦੇ ਵਿੱਚ ਇਕਲੌਤਾ ਪੰਜਾਬੀ ਕਿਹੜਾ ਹੋਇਆ ਜਿਸ ਨੂੰ ਜਨਪਿਤ ਅਵਾਰਡ ਮਿਲਿਆ। ਤਾਂ ਬਹੁਤ ਈਜ਼ੀ ਆਨਸਰ ਹੈ, ਮੈਂ ਆਲਰੇਡੀ ਦੱਸ ਚੁੱਕੀ ਹਾਂ, ਗੁਰਦਿਆਲ ਸਿੰਘ ਨੂੰ। ਆਪਸ਼ਨ ਏ ਇਜ਼ ਅ ਰਾਈਟ ਆਨਸਰ। ਅੰਨੇ ਘੋੜੇ ਦਾ ਦਾਨ ਇਹਨਾਂ ਦੁਆਰਾ ਲਿਖੀ ਗਈ ਸੀ, ਬੂਹਾ ਇਹਨਾਂ ਦੁਆਰਾ ਲਿਖੀ ਗਈ ਹੈ। ਠੀਕ ਹੈ ਜੀ। ਇਸ ਤੋਂ ਇਲਾਵਾ ਅੱਧ ਚਾਨਣੀ ਰਾਤ ਵੀ ਇਹਨਾਂ ਦੇ ਦੁਆਰਾ ਲਿਖੀ ਗਈ ਹੈ, ਮੜੀ ਤੇ ਦੀਵਾ ਇਹਨਾਂ ਦੁਆਰਾ ਲਿਖੀ ਗਈ ਹੈ, ਕੁੱਤਾ ਤੇ ਆਦਮੀ ਵੀ ਇਹਨਾਂ ਦੀ ਹੀ ਰਚਨਾ ਹੈ। ਨੈਕਸਟ ਕੁਐਸਚਨ ਹੈ, ਕਹਿੰਦੇ ਸ਼ਿਵ ਕੁਮਾਰ ਬਟਾਲਵੀ ਗॉट ਸਾਹਿਤਯ ਅਕੈਡਮੀ ਅਵਾਰਡ ਫॉर ਵਿਚ ਬੁੱਕ। ਕਹਿੰਦੇ ਜੋ ਸਾਹਿਤਯ ਅਕੈਡਮੀ ਅਵਾਰਡ ਹੈ, ਦੇਖੋ ਆਪਾਂ ਕੀ ਸਾਹਿਤਯ ਅਕੈਡਮੀ ਅਵਾਰਡ ਦੇ ਵਿੱਚ ਕਿਹੜੀ ਗੱਲ ਯਾਦ ਰੱਖਣੀ ਹੈ। 2021 ਦੇ ਵਿੱਚ ਪੰਜਾਬੀ ਦੇ ਵਿੱਚ, ਠੀਕ ਹੈ, ਖਾਲਿਦ ਹੁਸੈਨ ਆਪਾਂ ਪੜ੍ਹ ਕੇ ਆ ਚੁੱਕੇ ਹਾਂ। ਪਤਾ ਪਹਿਲਾ ਬੰਦਾ ਕਿਹੜਾ ਸੀ 1955 ਦੇ ਵਿੱਚ ਸਾਹਿਤਯ ਅਕੈਡਮੀ ਲੈਣ ਵਾਲਾ ਅਵਾਰਡ? ਵੀਰ ਸਿੰਘ ਸੀ। ਈਮੇਲ ਕਿਹੜੀ ਸੀ? ਆਨਸਰ ਹੋਏਗਾ ਅੰਮ੍ਰਿਤਾ ਪ੍ਰੀਤਮ। ਇਸ ਤੋਂ ਇਲਾਵਾ ਤੁਸੀਂ ਯਾਦ ਰੱਖਣਾ ਹੈ ਕਿ ਸਭ ਤੋਂ ਯੰਗੇਸਟ ਪਰਸਨ, ਠੀਕ ਹੈ, ਛੋਟੀ ਉਮਰ ਦਾ ਬੰਦਾ ਕਿਹੜਾ ਸੀ ਜਿਸ ਨੂੰ ਸਾਹਿਤਯ ਅਕੈਡਮੀ ਅਵਾਰਡ ਮਿਲਿਆ ਸੀ? ਤਾਂ ਤੁਹਾਡਾ ਆਨਸਰ ਹੋਏਗਾ ਸ਼ਿਵ ਕੁਮਾਰ ਬਟਾਲਵੀ। ਠੀਕ ਹੈ ਜੀ। ਸ਼ਿਵ ਕੁਮਾਰ ਬਟਾਲਵੀ was a youngest person who got a ਸਾਹਿਤਯ ਅਕੈਡਮੀ ਅਵਾਰਡ ਐਂਡ ਕਿਸ ਰਚਨਾ ਕਰਕੇ ਮਿਲਿਆ ਸੀ? ਤਾਂ ਆਨਸਰ ਹੋਏਗਾ ਆਪਸ਼ਨ ਏ ਲੂਨਾ ਕਰਕੇ। ਠੀਕ ਹੈ ਜੀ। ਲੂਨਾ ਰਚਨਾ ਕਰਕੇ ਸ਼ਿਵ ਕੁਮਾਰ ਬਟਾਲਵੀ ਜੀ ਨੂੰ ਸਾਹਿਤਯ ਅਕੈਡਮੀ ਅਵਾਰਡ ਮਿਲਿਆ ਸੀ। ਨੈਕਸਟ ਕੁਐਸਚਨ ਹੈ, ਕਹਿੰਦੇ ਨਾਨਕ ਸਿੰਘ ਨੋਵਲਕਾਰ ਗॉट ਸਾਹਿਤਯ ਅਕੈਡਮੀ ਅਵਾਰਡ ਫॉर ਵਿਚ ਬੁੱਕ। ਆਪਾਂ ਗੱਲ ਕੀਤੀ ਐਗਜ਼ੈਕਟ ਐਕਚੁਅਲੀ ਈਅਰ ਨਹੀਂ ਹੈ ਯਾਦ, 1962 ਔਰ 1969 ਦੇ ਵਿੱਚ ਮਿਲਿਆ ਸੀ ਆਪਾਂ ਨੂੰ ਭਾਈ ਨਾਨਕ ਸਿੰਘ ਜੀ ਨੂੰ ਸਾਹਿਤਯ ਅਕੈਡਮੀ ਅਵਾਰਡ। ਤੇ ਪੁੱਛਿਆ ਗਿਆ ਹੈ ਕਿ ਕਿਹੜੀ ਉਹ ਰਚਨਾ ਸੀ ਜਿਹਦੇ ਕਰਕੇ ਉਹਨਾਂ ਨੂੰ ਸਾਹਿਤਯ ਅਕੈਡਮੀ ਅਵਾਰਡ ਮਿਲਿਆ ਸੀ? ਤਾਂ ਆਨਸਰ ਹੋਏਗਾ ਆਪਸ਼ਨ ਸੀ ਇੱਕ ਮਿਆਨ ਦੋ ਤਲਵਾਰਾਂ। ਠੀਕ ਹੈ ਜੀ। ਇੱਕ ਮਿਆਨ ਦੋ ਤਲਵਾਰਾਂ ਉਹਨਾਂ ਦੀ ਬਹੁਤ ਜ਼ਿਆਦਾ ਫੇਮਸ ਰਚਨਾ ਹੈ ਭਾਈ ਨਾਨਕ ਸਿੰਘ ਜੀ ਦੀ। ਭਾਈ ਨਾਨਕ ਸਿੰਘ ਇਜ਼ ਅ ਫਾਦਰ ਆਫ ਪੰਜਾਬੀ ਨੋਵਲ। ਠੀਕ ਹੈ ਜੀ। ਉਹਨਾਂ ਨੂੰ ਸਾਹਿਤਯ ਅਕੈਡਮੀ ਅਵਾਰਡ ਮਿਲਿਆ ਸੀ, ਇੱਕ ਮਿਆਨ ਦੋ ਤਲਵਾਰਾਂ ਕਰਕੇ ਉਹਨਾਂ ਨੂੰ ਸਾਹਿਤਯ ਅਕੈਡਮੀ ਅਵਾਰਡ ਮਿਲਿਆ ਸੀ। ਇਸ ਤੋਂ ਇਲਾਵਾ ਉਹਨਾਂ ਦੀਆਂ ਫੇਮਸ ਰਚਨਾਵਾਂ ਕਿਹੜੀਆਂ ਨੇ? ਚਿੱਟਾ ਲਹੂ ਉਹਨਾਂ ਦੀ ਫੇਮਸ ਰਚਨਾ ਹੈ, ਆਦਮਖੋਰ ਉਹਨਾਂ ਦੀ ਫੇਮਸ ਰਚਨਾ ਹੈ, ਖੂਨੀ ਵਿਸਾਖੀ ਉਹਨਾਂ ਦੀ ਫੇਮਸ ਰਚਨਾ ਹੈ, ਪਵਿੱਤਰ ਪਾਪੀ। ਇਹ ਸਬ ਇੰਸਪੈਕਟਰ 2021 ਦੇ ਵਿੱਚ ਪੁੱਛਿਆ ਗਿਆ ਸੀ, ਪਵਿੱਤਰ ਪਾਪੀ ਖੂਨੀ ਵਿਸਾਖੀ ਕਿਸ ਦੀ ਰਚਨਾ ਹੈ? ਤਾਂ ਆਨਸਰ ਹੋਏਗਾ ਭਾਈ ਨਾਨਕ ਸਿੰਘ ਜੀ ਦੀ ਰਚਨਾ ਹੈ। ਨੈਕਸਟ ਹੈ, ਕਹਿੰਗੇ ਗगन में थाल इज पंजाबी ड्रामा बेस्ड ऑन द लाइफ ऑफ गुरु नानक वाज रिटन बाय। ਕਹਿੰਦੇ ਇਹ ਇੱਕ ਗगन में थाल ਇੱਕ ਪੰਜਾਬੀ ਡਰਾਮਾ ਹੈ ਜਿਹੜਾ ਕੀ ਹੈ ਗੁਰੂ ਨਾਨਕ ਜੀ ਦੀ ਲਾਈਫ ਦੇ ਉੱਤੇ ਬੇਸਡ ਹੈ। ਕਹਿੰਦੇ ਕਿੰਨਾ ਦੇ ਦੁਆਰਾ ਲਿਖਿਆ ਗਿਆ ਹੈ? ਠੀਕ ਹੈ ਜੀ। ਇਹ ਲਿਖਿਆ ਗਿਆ ਆਪਸ਼ਨ ਬੀ ਬਲਵੰਤ ਗਰਗੀ ਦੇ ਦੁਆਰਾ ਲਿਖਿਆ ਗਿਆ। ਠੀਕ ਹੈ। ਡਰਾਮਾ ਲਿਖਦੇ ਸੀ ਬਲਵੰਤ ਗਰਗੀ, ਬਠਿੰਡਾ ਤੋਂ ਬਿਲੋਂਗ ਕਰਦੇ ਸਨ। ਠੀਕ ਹੈ। ਸੋ ਇਹਨਾਂ ਨੂੰ ਫਾਦਰ ਆਫ ਪੰਜਾਬੀ ਡਰਾਮਾ ਵੀ ਕਿਹਾ ਜਾਂਦਾ ਹੈ ਬਲਵੰਤ ਗਰਗੀ ਨੂੰ। ਉਹਨਾਂ ਨੇ ਹੀ ਗगन में थाल ਲਿਖਿਆ ਸੀ। ਨੈਕਸਟ ਹੈ ਜੀ, ਕਹਿੰਦੇ ਹੂ ਇਜ਼ ਆਥਰ ਆਫ ਅ ਫੇਮਸ ਪੰਜਾਬੀ ਬੁੱਕ ਮੇਰਾ ਪਿੰਡ। ਕਹਿੰਦੇ ਮੇਰਾ ਪਿੰਡ ਦੇ ਜਿਹੜੇ ਫੇਮਸ ਕੀ ਹੋਏ ਨੇ ਪੰਜਾਬੀ ਬੁੱਕ ਹੈ ਮੇਰਾ ਪਿੰਡ, ਉਹਦੇ ਫੇਮਸ ਰਾਈਟਰ ਪੁੱਛਿਆ ਗਿਆ ਕਿ ਉਹ ਗੁਰਦਿੱਤ ਸਿੰਘ ਨੇ। ਦੇਖੋ ਗੁਰਦਿੱਤ ਸਿੰਘ ਦੀ ਰਾਈਟਿੰਗ ਨਹੀਂ ਹੈ ਇਹ, ਸੋਹਣ ਸਿੰਘ ਸ਼ੀਤਲ ਦੀ ਵੀ ਰਾਈਟਿੰਗ ਨਹੀਂ ਹੈ, ਨਾ ਹੀ ਇਹ ਬਲਵੰਤ ਸਿੰਘ ਦੀ ਗਰਗੀ ਦੀ ਬਲਵੰਤ ਗਰਗੀ ਦੀ ਰਾਈਟਿੰਗ ਹੈ। ਆਪਸ਼ਨ ਡੀ ਇਜ਼ ਅ ਰਾਈਟ ਆਨਸਰ। ਠੀਕ ਹੈ ਜੀ। ਆਪਸ਼ਨ ਡੀ ਇਜ਼ ਅ ਰਾਈਟ ਆਨਸਰ, ਮੇਰਾ ਪਿੰਡ। ਨੈਕਸਟ ਕੁਐਸਚਨ ਹੈ, ਕਹਿੰਦੇ ਵੇਅਰ ਇਜ਼ ਦ ਗੁਰਦੁਆਰਾ ਬੇਰ ਸਾਹਿਬ। ਕਹਿੰਦੇ ਗੁਰਦੁਆਰਾ ਬੇਰ ਸਾਹਿਬ ਕਿਹੜੀ ਜਗ੍ਹਾ ਤੇ ਸਿਚੁਏਟਡ ਹੈ? ਠੀਕ ਹੈ। ਕਿਹੜੀ ਜਗ੍ਹਾ ਤੇ ਸਿਚੁਏਟਡ ਹੈ ਗੁਰਦੁਆਰਾ ਬੇਰ ਸਾਹਿਬ? ਗੁਰਦੁਆਰਾ ਬੇਰ ਸਾਹਿਬ ਸਿਚੁਏਟਡ ਹੈ, ਇਹ ਬਹੁਤ ਵਾਰ ਪੰਜਾਬ ਦੇ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ। ਗੁਰਦੁਆਰਾ ਬੇਰ ਸਿੰਘ, ਆਪਸ਼ਨ ਸੀ ਇਜ਼ ਅ ਰਾਈਟ ਆਨਸਰ, ਸੁਲਤਾਨਪੁਰ। ਠੀਕ ਹੈ ਜੀ। ਕਿੱਥੇ ਸਿਚੁਏਟਡ ਹੈ? ਆਪਸ਼ਨ ਸੀ ਇਜ਼ ਅ ਰਾਈਟ ਆਨਸਰ, ਸੁਲਤਾਨਪੁਰ ਦੇ ਵਿੱਚ ਸਿਚੁਏਟਡ ਹੈ। ਆਪਸ਼ਨ ਸੀ ਇਜ਼ ਅ ਰਾਈਟ ਆਨਸਰ। ਨੈਕਸਟ ਕੁਐਸਚਨ ਹੈ, ਕਹਿੰਦੇ ਹੂ ਵਾਸ ਦ ਕੰਪੋਜ਼ਰ ਆਫ ਆਸਾ ਦੀ ਵਾਰ। ਕਹਿੰਦੇ ਆਸਾ ਦੀ ਵਾਰ ਕਿਸ ਦੀ ਰਚਨਾ ਹੈ? ਦੇਖੋ ਤੁਹਾਨੂੰ ਜੋ ਪੰਜਾਬੀ ਦਾ ਇੱਕ ਐਗਜ਼ਾਮ ਆਉਣਾ ਹੈ ਕੁਆਲੀਫਾਈ ਨੇਚਰ ਦਾ, ਉਹਦੇ ਵਿੱਚ ਹਰ ਇੱਕ ਗੁਰੂ ਦੀ ਜੀਵਨੀਆਂ ਤੇ ਉਹਨਾਂ ਦੀ ਰਾਈਟਿੰਗ ਰਚਨਾਵਾਂ ਬਾਰੇ ਪੁੱਛਿਆ ਜਾਣਾ ਹੈ। ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਜੋ ਆਸਾ ਦੀ ਵਾਰ ਹੈ ਉਹ ਗੁਰੂ ਨਾਨਕ ਦੇਵ ਜੀ ਦੀ ਰਚਨਾ ਹੈ। ਠੀਕ ਹੈ ਜੀ।
ਗੁਰੂ ਨਾਨਕ ਦੇਵ ਜੀ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਦੀਆਂ ਰਚਨਾਵਾਂ ਦੀ ਗੱਲ ਕੀਤੀ ਜਾਵੇ ਤਾਂ ਜਪਜੀ ਸਾਹਿਬ ਉਹਨਾਂ ਦੀ ਰਚਨਾ ਹੈ। ਸਿੱਧ ਗੋਸ਼ਟ, ਠੀਕ ਹੈ ਜੀ, ਸਿੱਧ ਗੋਸ਼ਟ ਵੀ ਉਹਨਾਂ ਦੀ ਰਚਨਾ ਹੈ। 12 ਮਹਾ ਵੀ ਉਹਨਾਂ ਦੀ ਹੀ ਰਚਨਾ ਹੈ। ਆਸਾ ਦੀ ਵਾਰ ਵੀ ਉਹਨਾਂ ਦੀ ਹੀ ਰਚਨਾ ਹੈ। ਕੀਰਤਨ ਸੋਹਲਾ, ਠੀਕ ਹੈ ਜੀ, ਕੀਰਤਨ ਸੋਹਲਾ ਵੀ ਕੀ ਰਚਨਾ ਹੈ। ਇਹ ਸਾਰੀਆਂ ਦੀਆਂ ਸਾਰੀਆਂ ਰਚਨਾਵਾਂ ਕਿੰਨਾਂ ਦੀਆਂ ਨੇ? ਗੁਰੂ ਨਾਨਕ ਦੇਵ ਜੀ ਦੀਆਂ ਨੇ। ਸਭ ਤੋਂ ਪਹਿਲਾਂ ਆਸਾ ਦੀ ਵਾਰ, ਜਪਜੀ ਸਾਹਿਬ, ਸਿੱਧ ਗੋਸ਼ਟ, 12 ਮਹਾ, ਕੀਰਤਨ ਸੋਹਲਾ, ਇਹ ਸਾਰੀਆਂ ਗੁਰੂ ਨਾਨਕ ਦੇਵ ਜੀ ਦੀਆਂ ਰਚਨਾਵਾਂ ਨੇ। ਇਸ ਤੋਂ ਇਲਾਵਾ ਅਗਰ ਦੇਖੀ ਜਾਵੇ ਗੁਰੂ ਅਰਜਨ ਦੇਵ ਜੀ ਦੀ ਰਚਨਾ ਦੇਖੀ ਜਾਵੇ ਤਾਂ ਗੁਰੂ ਅਰਜਨ ਦੇਵ ਜੀ ਨੇ ਸੁਖਮਨੀ ਸਾਹਿਬ ਲਿਖਿਆ, ਠੀਕ ਹੈ ਜੀ। ਸੁਖਮਨੀ ਸਾਹਿਬ ਕਿਸ ਦੀ ਰਚਨਾ ਹੈ? ਤਾਂ ਗੁਰੂ ਅਰਜਨ ਦੇਵ ਜੀ ਦੀ ਰਚਨਾ ਹੈ। ਗੁਰੂ ਅਮਰਦਾਸ ਜੀ ਦੀ ਗੱਲ ਕੀਤੀ ਜਾਵੇ ਤਾਂ ਗੁਰੂ ਅਮਰਦਾਸ ਜੀ ਦੇ ਦੁਆਰਾ ਲਾਵਾਂ, ਠੀਕ ਹੈ, ਲਾਵਾਂ ਜਾਂ ਤੁਸੀਂ ਆਨੰਦ ਕਾਰਜ ਕਹਿ ਸਕਦੇ ਹੋ, ਠੀਕ ਹੈ ਜੀ। ਆਨੰਦ ਕਾਰਜ ਕਿਸ ਦੀ ਰਚਨਾ ਹੈ? ਆਨੰਦ ਕਾਰਜ ਗੁਰੂ ਰਾਮਦਾਸ ਜੀ ਦੀ ਰਚਨਾ ਹੈ। ਅਗਰ ਗੁਰੂ ਅਮਰਦਾਸ ਜੀ ਦੀ ਗੱਲ ਕੀਤੀ ਜਾਵੇ ਤਾਂ ਜੇ ਤਾਂ ਪੁੱਛਿਆ ਜਾਵੇ ਆਨੰਦ ਕਾਰਜ ਤਾਂ ਗੁਰੂ ਰਾਮਦਾਸ ਜੀ ਆਨਸਰ ਹੋਏਗਾ। ਜੇ ਪੁੱਛਿਆ ਜਾਵੇ ਅਮਰਦਾਸ ਜੀ ਦੇ ਦੁਆਰਾ, ਤੀਸਰੇ ਗੁਰੂ ਜੀ ਦੇ ਦੁਆਰਾ ਆਨੰਦ ਸਾਹਿਬ ਲਿਖਿਆ ਗਿਆ, ਠੀਕ ਹੈ ਜੀ। ਅਗਰ ਪੁੱਛਿਆ ਜਾਵੇ ਆਨੰਦ ਸਾਹਿਬ ਤਾਂ ਗੁਰੂ ਅਮਰਦਾਸ ਜੀ ਆਨਸਰ ਹੋਏਗਾ। ਅਗਰ ਆਨੰਦ ਕਾਰਜ ਤਾਂ ਗੁਰੂ ਰਾਮਦਾਸ ਜੀ ਆਨਸਰ ਹੋਏਗਾ। ਸੁਖਮਨੀ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਦੁਆਰਾ ਲਿਖਿਆ ਗਿਆ, ਠੀਕ ਹੈ ਜੀ। ਜ਼ਫਰਨਾਮਾ, ਚੰਡੀ ਦੀ ਵਾਰ, ਠੀਕ ਹੈ ਜੀ, ਬਚਿੱਤਰ ਨਾਟਕ, ਇਹ ਸਾਰੀਆਂ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਨੇ। ਸੋ ਰਚਨਾਵਾਂ ਬਹੁਤ ਇੰਪੋਰਟੈਂਟ ਹੋ ਜਾਂਦੀਆਂ ਨੇ। ਨੈਕਸਟ ਹੈ which of the following ਗੁਰੂ ਕੰਪੋਜ਼ ਜਪਜੀ ਸਾਹਿਬ। ਹੁਣ ਇਸ ਕੁਐਸਚਨ ਦਾ ਆਨਸਰ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਕਰੋਗੇ। ਨੈਕਸਟ ਕੁਐਸਚਨ ਹੈ, ਕਹਿੰਦੇ ਹਾਊ ਮੈਨੀ ਟਾਈਮਸ ਡਿਡ ਬਾਬਰ ਅਟੈਕ ਇਨ ਪੰਜਾਬ। ਇਹ ਬਹੁਤ ਵਾਰ ਐਗਜ਼ਾਮ ਦੇ ਵਿੱਚ ਪੁੱਛਿਆ ਗਿਆ ਹੈ ਕਿ ਜੋ ਬਾਬਰ ਸੀ ਉਸਨੇ ਪੰਜਾਬ ਦੇ ਉੱਤੇ ਕਿੰਨੇ ਵਾਰ ਅਟੈਕ ਕੀਤਾ ਹੈ, ਠੀਕ ਹੈ ਜੀ। ਸਭ ਨੂੰ ਪਤਾ ਹੈ ਕਿ ਜਿੰਨੇ ਵੀ ਇਨਵੇਡਰਸ ਆਉਂਦੇ ਸੀ ਉਹਨਾਂ ਦਾ ਮੇਨ ਗੇਟ ਪੰਜਾਬ ਸੀ, ਠੀਕ ਹੈ। ਸੋ ਕਿਹੜਾ ਉਹ ਮਤਲਬ ਕਿਹੜਾ ਪਾਸ ਸੀ? ਖੈਬਰ ਪਾਸ। ਕਿਹੜਾ ਸੀ? ਖੈਬਰ ਪਾਸ ਸੀ, ਜਿੱਥੋਂ ਪੰਜਾਬ ਦਾ ਖੈਬਰ ਪਾਸ ਸੀ, ਜਿੱਥੋਂ ਹੁੰਦੇ ਹੋਏ ਸਾਰੇ ਇਨਵੇਡਰ ਇੰਡੀਆ ਦੇ ਵਿੱਚ ਆਉਂਦੇ ਸੀ। ਸੋ ਇਹ ਵੀ ਪੁੱਛਿਆ ਗਿਆ ਕਿ ਬਾਬਰ ਨੇ ਪੰਜਾਬ ਦੇ ਉੱਤੇ ਕਿੰਨੀ ਵਾਰ ਅਟੈਕ ਕੀਤਾ ਹੈ, ਤਾਂ ਆਨਸਰ ਹੋਏਗਾ ਡੀ 5 ਟਾਈਮਸ। ਬਾਬਰ ਨੇ ਪੰਜਾਬ ਦੇ ਉੱਤੇ 5 ਵਾਰ ਅਟੈਕ ਕੀਤਾ ਹੈ। ਤੇ ਪਹਿਲੀ ਵਾਰ ਕਿਹੜੇ ਸਾਲ ਦੇ ਵਿੱਚ ਕੀਤਾ ਸੀ? 1519 ਦੇ ਵਿੱਚ ਕੀਤਾ ਸੀ। ਅਗਰ ਦਿੱਲੀ ਤੇ ਪੁੱਛਿਆ ਜਾਵੇ ਤਾਂ ਦਿੱਲੀ ਦੇ ਉੱਤੇ ਬਾਬਰ ਨੇ 1526 ਦੇ ਵਿੱਚ ਅਟੈਕ ਕੀਤਾ ਸੀ। ਪਾਣੀਪਤ ਦੀ ਫਸਟ ਬੈਟਲ ਲੜੀ ਸੀ, ਠੀਕ ਹੈ, ਕਿਸ ਦੇ ਨਾਲ? ਇਬਰਾਹਿਮ ਲੋਧੀ ਦੇ ਨਾਲ। ਤੇ ਇਬਰਾਹਿਮ ਲੋਧੀ ਨੂੰ ਡਿਫੀਟ ਸੀ, ਹਰਾਤਾ ਸੀ ਬਾਬਰ ਨੇ। 1527 ਦੇ ਵਿੱਚ ਉਸਨੇ ਬੈਟਲ ਲੜੀ ਸੀ ਜੋ ਲੜੀ ਗਈ ਸੀ ਰਾਣਾ ਸਾਂਗਾ ਦੇ ਨਾਲ, ਠੀਕ ਹੈ ਜੀ। ਰਾਣਾ ਸਾਂਗਾ ਵਾਸ ਅ ਰਾਜਪੂਤ ਰੂਲਰ, ਉਹਨੂੰ ਵੀ ਹਰਾਤਾ ਸੀ ਬਾਬਰ ਨੇ। 1528 ਦੇ ਵਿੱਚ ਚੰਦੇਰੀ ਸੀ, ਕਿਸਨੇ? ਚੰਦੇਰੀ ਬੈਟਲ ਲੜੀ ਸੀ ਸਾਡੇ ਬਾਬਰ ਤੇ ਮੇਦਨੀ ਰਾਏ, ਠੀਕ ਹੈ ਜੀ। ਮੇਦਨੀ ਰਾਏ ਨੂੰ ਹਰਾਇਆ ਸੀ ਬਾਬਰ ਨੇ ਇਸ ਬੈਟਲ ਦੇ ਵਿੱਚ। ਲਾਸਟ ਬੈਟਲ 1529 ਦੇ ਵਿੱਚ ਘੱਗਰ ਬੈਟਲ ਲੜੀ ਸੀ, ਕਿਸਨੇ ਲੜੀ ਸੀ? ਸਾਡੇ ਬਾਬਰ ਨੇ ਲੜੀ ਸੀ। ਕਿਸ ਦੇ ਨਾਲ ਸੀ? ਮੁਹੰਮਦ ਲੋਧੀ ਦੇ ਨਾਲ ਲੜੀ ਸੀ ਤੇ ਮੁਹੰਮਦ ਲੋਧੀ ਨੂੰ ਡਿਫੀਟ ਕੀਤਾ ਸੀ। ਤੇ ਆਫਟਰ ਦੈਟ 1530 ਦੇ ਵਿੱਚ ਬਾਬਰ ਦੀ ਡੈਥ ਹੋ ਗਈ ਸੀ। ਇਸ ਤੋਂ ਇਲਾਵਾ ਇਸ ਤਰੀਕੇ ਨਾਲ ਵੀ ਕੁਐਸਚਨ ਬਣ ਸਕਦਾ ਹੈ, ਹੂ ਵਾਸ ਅ ਕੰਟੈਂਪਰੇਰੀ ਆਫ ਗੁਰੂ ਨਾਨਕ ਦੇਵ ਜੀ। ਬਾਬਰ ਵਾਸ ਅ ਕੰਟੈਂਪਰੇਰੀ, ਸਮਕਾਲੀਨ ਕੌਣ ਸੀ ਉਹਨਾਂ ਦੇ ਸਮੇਂ? ਗੁਰੂ ਨਾਨਕ ਦੇਵ ਜੀ ਦੇ ਸਮੇਂ ਕੌਣ ਰਾਜ ਕਰ ਰਿਹਾ ਸੀ? ਤਾਂ ਆਨਸਰ ਹੋਏਗਾ ਬਾਬਰ ਰਾਜ ਕਰ ਰਿਹਾ ਸੀ। ਨੈਕਸਟ ਕੁਐਸਚਨ ਹੈ, ਹੂ ਕੰਪੋਜ਼ ਦਾ ਰਤਨਾਵਲੀ। ਇਹ ਐਗਜ਼ਾਮ ਦੇ ਵਿੱਚ ਬਹੁਤ ਵਾਰ ਪੁੱਛਿਆ ਗਿਆ, ਠੀਕ ਹੈ, ਜੋ 2021 ਦੇ ਵਿੱਚ ਐਗਜ਼ਾਮ ਹੋਏ ਸੀ ਕੋਆਪਰੇਟਿਵ ਮੈਨੇਜਰ ਤੇ ਕਲਰਕ ਦੇ ਵਿੱਚ, ਦੋਨਾਂ ਦੇ ਵਿੱਚ ਸੇਮ ਹੀ ਕੁਐਸਚਨ ਆਇਆ ਸੀ, ਹੂ ਵਾਸ ਅ ਕੰਪੋਜ਼ਰ ਆਫ ਰਤਨਾਵਲੀ। ਕਿ ਰਤਨਾਵਲੀ ਕਿਸ ਦੀ ਰਚਨਾ ਹੈ? ਤਾਂ ਆਨਸਰ ਹੋਏਗਾ ਆਪਸ਼ਨ ਸੀ, ਭਾਈ ਮਨੀ ਸਿੰਘ, ਠੀਕ ਹੈ ਜੀ। ਭਾਈ ਮਨੀ ਸਿੰਘ ਜੀ ਦੇ ਦੁਆਰਾ ਲਿਖੀ ਗਈ ਹੈ ਰਤਨਾਵਲੀ। ਆਪਸ਼ਨ ਸੀ ਇਜ਼ ਅ ਰਾਈਟ ਆਨਸਰ। ਭਾਈ ਬਾਲਾ ਜੀ ਲਿਖਿਆ, ਠੀਕ ਹੈ, ਨੀਚੇ ਇੱਕ ਲਿਖਿਆ ਹੋਇਆ ਭਾਈ ਬਾਲਾ ਜੀ। ਜੋ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਹੈ ਉਹ ਭਾਈ ਬਾਲੇ ਵਾਲੀ ਸਾਖੀ ਦੇ ਨਾਮ ਨਾਲ ਫੇਮਸ ਹੈ। ਡੀ ਆਪਸ਼ਨ ਦਿਖ ਰਿਹਾ ਨਾ, ਭਾਈ ਬਾਲਾ ਜੀ। ਸੋ ਜੋ ਗੁਰੂ ਨਾਨਕ ਦੇਵ ਜੀ ਦੀ ਜੀਵਨੀ ਹੈ ਉਹ ਭਾਈ ਬਾਲੇ ਵਾਲੀ ਸਾਖੀ ਦੇ ਨਾਲ ਫੇਮਸ ਹੈ, ਕਿਉਂਕਿ ਜਿਹੜੀ ਉਹਨਾਂ ਦੀ ਜੀਵਨੀ ਹੈ ਉਹ ਲਿਖਵਾਈ ਤਾਂ ਗਈ ਸੀ ਗੁਰੂ ਅੰਗਦ ਦੇਵ ਜੀ ਦੇ ਦੁਆਰਾ, ਬਟ ਲਿਖਵਾਈ ਕਿਸ ਦੇ ਦੁਆਰਾ ਗਈ, ਲਿਖੀ ਕਿਸ ਦੇ ਦੁਆਰਾ ਗਈ ਸੀ? ਭਾਈ ਬਾਲਾ ਜੀ ਦੇ ਦੁਆਰਾ ਲਿਖੀ ਗਈ ਸੀ। ਨੈਕਸਟ ਕੁਐਸਚਨ ਹੈ,
ਕਹਿੰਦੇ ਹੂ ਡਿਡ ਇੰਟਰੋਡਿਊਸ ਕੁਆਇਨਸ ਆਫ ਸਿੱਖਸ, ਕਹਿੰਦੇ ਜਿਹੜੇ ਸਿੱਖੀਜ਼ਮ ਦੇ ਵਿੱਚ ਜਿਹੜੇ ਕੁਆਇਨਸ ਚਲਾਏ ਗਏ ਸੀ ਗੁਰੂ ਗੋਬਿੰਦ ਸਿੰਘ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਜੀ ਦੇ ਨਾਮ ਦੇ ਉੱਤੇ ਕਿਸੇ ਦੁਆਰਾ ਚਲਾਏ ਗਏ ਸੀ। ਆਪਸ਼ਨ ਸੀ ਇਜ਼ ਅ ਬੀ ਇਜ਼ ਅ ਰਾਈਟ ਆਨਸਰ, ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਦੁਆਰਾ। ਠੀਕ ਹੈ ਜੀ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਲੈਂਡਲॉर्ड ਜਿਹੜੀ ਪ੍ਰਥਾ ਸੀ ਉਸ ਨੂੰ ਵੀ ਖਤਮ ਕੀਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਜਨਮ 1617 ਦੇ ਵਿੱਚ ਕਸ਼ਮੀਰ ਦੇ ਵਿੱਚ ਹੋਇਆ ਸੀ ਤੇ ਉਹਨਾਂ ਦੇ ਜਨਮ ਦਾ ਨਾਮ ਕੀ ਸੀ? ਲక్ష్మణ ਦੇਵ। ਠੀਕ ਹੈ ਜੀ, ਉਹਨਾਂ ਦਾ ओरिजिनल ਨੇਮ ਕੀ ਸੀ? ਲక్ష్మణ ਦੇਵ ਸੀ। ਉਸ ਤੋਂ ਬਾਅਦ ਉਹਨਾਂ ਦਾ ਨਾਮ ਕੀ ਬਿਰਾਗੀ ਸਾਧਾਂ ਤੋਂ ਨਾਮ ਮਿਲਿਆ ਸੀ ਉਹਨਾਂ ਨੂੰ ਮਾਧੋ ਦਾਸ। ਠੀਕ ਹੈ ਜੀ, ਉਸ ਤੋਂ ਬਾਅਦ ਉਹਨਾਂ ਨੂੰ ਮਾਧੋ ਦਾਸ ਕਿਹਾ ਜਾਣ ਲੱਗਿਆ ਸੀ। 1708 ਦੇ ਵਿੱਚ ਨਾਂਦੇੜ ਵਿਖੇ ਉਹ ਗੁਰੂ ਗੋਬਿੰਦ ਸਿੰਘ ਜੀ ਨੂੰ ਮਿਲੇ ਸੀ, ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਨਾਮ ਦਿੱਤਾ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ। 1710 ਦੇ ਵਿੱਚ ਉਹਨਾਂ ਨੇ ਚੱਪੜ ਚਿੜੀ ਦੀ ਬੈਟਲ ਲੜੀ ਸੀ। 1715 ਦੇ ਵਿੱਚ ਉਹਨਾਂ ਨੇ ਲਾਸਟ ਬੈਟਲ ਨੰਗਲ ਬੈਟਲ ਲੜੀ ਸੀ, ਗੁਰਦਾਸ ਨੰਗਲ ਬੈਟਲ ਲੜੀ ਸੀ ਤੇ 1715 ਉਹਨਾਂ ਦੀ ਲਾਸਟ ਬੈਟਲ ਸੀ। 1716 ਦੇ ਵਿੱਚ ਉਹਨਾਂ ਨੂੰ ਦਿੱਲੀ ਵਿਖੇ ਕੀ ਕਰ ਦਿੱਤਾ ਗਿਆ ਸੀ? ਫਰੁਖਸ਼ੀਅਰ ਦੇ ਕਹਿਣ ਦੇ ਉੱਤੇ ਸ਼ਹੀਦ ਕਰ ਦਿੱਤਾ ਗਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ। ਨੈਕਸਟ ਕੁਐਸਚਨ ਹੈ, ਕਹਿੰਦੇ ਵਿਚ ਲੈਂਗੁਏਜਸ ਇਜ਼ ਦਾ ਜ਼ਫਰਨਾਮਾ ਅਵੇਲੇਬਲ। ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਜ਼ਫਰਨਾਮਾ ਕਿਸ ਦੀ ਰਾਈਟਿੰਗ ਹੈ? ਤਾਂ ਗੁਰੂ ਗੋਬਿੰਦ ਸਿੰਘ ਜੀ ਦੀ। ਠੀਕ ਹੈ ਜੀ, ਗੁਰੂ ਗੋਬਿੰਦ ਸਿੰਘ ਜੀ ਦੀ ਰਾਈਟਿੰਗ ਹੈ ਕਿਹੜੀ? ਜ਼ਫਰਨਾਮਾ। ਤੇ ਜ਼ਫਰਨਾਮਾ ਦੀ ਗੱਲ ਕੀਤੀ ਜਾਵੇ ਤਾਂ ਕਿਸ ਲੈਂਗੁਏਜ ਦੇ ਵਿੱਚ ਲਿਖਿਆ ਗਿਆ ਹੈ? ਇਹ ਅਵੇਲੇਬਲ ਹੈ ਜੀ ਆਪਸ਼ਨ ਬੀ ਪੰਜਾਬੀ ਐਂਡ ਪਰਸ਼ੀਅਨ ਲੈਂਗੁਏਜ ਦੇ ਵਿੱਚ। ਆਪਸ਼ਨ ਬੀ ਇਜ਼ ਅ ਰਾਈਟ ਆਨਸਰ, ਪੰਜਾਬੀ ਐਂਡ ਪਰਸ਼ੀਅਨ ਲੈਂਗੁਏਜ ਦੇ ਵਿੱਚ। ਨੈਕਸਟ ਕੁਐਸਚਨ ਹੈ, ਕਹਿੰਦੇ ਹਾਊ ਮੈਨੀ ਸ਼ਬਦਸ ਡਿਡ ਗੁਰੂ ਅੰਗਦ ਦੇਵ ਜੀ ਕੰਪੋਜ਼ਡ ਇਨ ਆਲ। ਕਹਿੰਦੇ ਗੁਰੂ ਅੰਗਦ ਦੇਵ ਜੀ ਦੇ ਦੁਆਰਾ ਕਿੰਨੇ ਸ਼ਬਦ ਲਿਖੇ ਗਏ ਨੇ? ਸੋ ਇਸ ਕੁਐਸਚਨ ਦਾ ਆਨਸਰ ਹੋਏਗਾ ਆਪਸ਼ਨ ਏ 63। ਠੀਕ ਹੈ ਜੀ, ਐਕਚੁਅਲੀ ਮੈਂ ਫਸਟ ਇੱਕ ਮੇਰਾ ਲੈਕਚਰ ਸੀ ਜਿਸ ਦੇ ਵਿੱਚ ਮੈਂ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਲਿਖੇ ਸ਼ਬਦ 947 ਦੱਸਦੇ ਸੀ, ਐਕਚੁਅਲ ਦੇ ਵਿੱਚ ਉਹ ਕਿੰਨੇ ਨੇ? 974 ਹੈ। ਠੀਕ ਹੈ, ਉਹ 974 ਹੈ, ਕਰੈਕਟ ਕਰ ਲਿਓ। ਸੋ ਨੈਕਸਟ ਕੁਐਸਚਨ ਹੈ, ਸੋ ਸਾਡਾ ਨੈਕਸਟ ਕੁਐਸਚਨ ਹੈ, ਕਹਿੰਦੇ ਹੂ ਫਾਊਂਡਡ ਦ ਡਿਸਪਲਿਨ ਇਨ ਲੰਗਰ ਸਿਸਟਮ। ਕਹਿੰਦੇ ਲੰਗਰ ਸਿਸਟਮ ਦੇ ਵਿੱਚ ਜਿਹੜਾ ਡਿਸਪਲਿਨ ਮੇਨਟੇਨ ਕੀਤਾ ਸੀ ਉਹ ਕਿਸ ਦੇ ਦੁਆਰਾ ਕੀਤਾ ਗਿਆ ਸੀ? ਇਸ ਕੁਐਸਚਨ ਦਾ ਆਨਸਰ ਦੇਣ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦਿੰਦੀ ਹਾਂ ਕਿ ਲੰਗਰ ਪ੍ਰਥਾ ਦੇ ਵਿੱਚੋਂ ਕੁਐਸਚਨ ਕਿਸ ਤਰੀਕੇ ਨਾਲ ਪੁੱਟ ਹੁੰਦੇ ਨੇ ਕਿ ਲੰਗਰ ਪ੍ਰਥਾ ਸਟਾਰਟ ਕਿਸਨੇ ਕੀਤਾ ਸੀ। ਅਗਰ ਲੰਗਰ ਪ੍ਰਥਾ ਸਟਾਰਟ ਪੁੱਛਿਆ ਜਾਵੇ ਤਾਂ ਸਟਾਰਟ ਤਾਂ ਗੁਰੂ ਨਾਨਕ ਦੇਵ ਜੀ ਨੇ ਹੀ ਕੀਤੀ ਸੀ। ਗੁਰੂ ਨਾਨਕ ਦੇਵ ਜੀ ਨੇ ਸਟਾਰਟ ਕੀਤੀ ਸੀ, ਬਟ ਇਸ ਨੂੰ ਅੱਗੇ ਲੈ ਕੇ ਕੌਣ ਗਏ ਸਨ? ਗੁਰੂ ਅਮਰਦਾਸ ਜੀ। ਠੀਕ ਹੈ ਜੀ, ਇਹਨਾਂ ਨੂੰ ਐਕਸਟੈਂਡ ਕਿਸਨੇ ਕੀਤਾ ਸੀ? ਗੁਰੂ ਅਮਰਦਾਸ ਜੀ ਨੇ ਐਕਸਟੈਂਡ ਕੀਤਾ ਸੀ, ਸਿੱਖਾਂ ਦੇ ਤੀਸਰੇ ਗੁਰੂ ਨੇ। ਇਸ ਦੇ ਵਿੱਚ ਹੀ ਡਿਸਪਲਿਨ ਕਿਸਨੇ ਮੇਨਟੇਨ ਕੀਤਾ ਸੀ? ਆਪਸ਼ਨ ਏ ਗੁਰੂ ਅਮਰਦਾਸ ਜੀ ਨੇ। ਤੇ ਗੁਰੂ ਅਮਰਦਾਸ ਜੀ ਦੇ ਸਮੇਂ ਹੀ ਅਕਬਰ ਨੇ, ਠੀਕ ਹੈ, ਗੁਰੂ ਅਮਰਦਾਸ ਜੀ ਦੇ ਸਮੇਂ ਅਕਬਰ ਨੇ ਸੰਗਤ ਦੇ ਵਿੱਚ ਬੈਠ ਕੇ ਲੰਗਰ ਛਕਿਆ ਸੀ। ਹੂ ਵਾਸ ਅ ਕੰਟੈਂਪਰੇਰੀ ਆਫ ਗੁਰੂ ਅਮਰਦਾਸ ਜੀ? ਤਾਂ ਆਨਸਰ ਹੋਏਗਾ ਅਕਬਰ। ਠੀਕ ਹੈ ਜੀ, ਇਹ ਉਹੀ ਅਕਬਰ ਹੈ ਜਿਸਨੇ 1556 ਦੇ ਵਿੱਚ ਸੈਕਿੰਡ ਬੈਟਲ ਆਫ ਪਾਨੀਪਤ ਲੜੀ ਸੀ। ਦੇਖੋ ਉਸ ਸਮੇਂ ਜੋ ਅਕਬਰ ਸੀ ਛੋਟਾ ਸੀ, ਸੋ ਅਕਬਰ ਦੇ ਬਿਹਾਫ ਦੇ ਉੱਤੇ ਲੜੀ ਸੀ ਬੈਰਮ ਖਾਨ ਨੇ। ਠੀਕ ਹੈ, ਬੈਰਮ ਖਾਨ ਤੇ ਹੀਮੂ ਦੇ ਵਿਚਕਾਰ ਕਿਹੜੀ ਬੈਟਲ ਹੋਈ ਸੀ? 1556 ਦੇ ਵਿੱਚ ਪਾਨੀਪਤ ਦੀ ਸੈਕਿੰਡ ਬੈਟਲ। ਇੱਕ ਹਲਦੀ ਘਾਟੀ ਬੈਟਲ ਵੀ ਹੋਈ ਸੀ। ਹਲਦੀ ਘਾਟੀ ਬੈਟਲ ਕਿਹਨਾਂ ਦੇ ਵਿਚਕਾਰ ਹੋਈ ਸੀ? ਮਹਾਰਾਣਾ ਪ੍ਰਤਾਪ ਤੇ ਵਰਸਸ ਮਾਨ ਸਿੰਘ, ਅਕਬਰ ਦੇ ਦੁਆਰਾ ਹੀ ਕੀ ਕੀਤੀ ਗਈ ਸੀ? ਲੜੀ ਗਈ ਸੀ ਹਲਦੀ ਘਾਟੀ ਬੈਟਲ। 1576 ਦੇ ਵਿੱਚ ਕਿਹੜੀ ਬੈਟਲ ਲੜੀ ਗਈ ਸੀ? ਹਲਦੀ ਘਾਟੀ ਬੈਟਲ। ਇਸਨੇ ਕੀ ਕੀਤਾ ਸੀ? ਅਕਬਰ ਨੇ ਦੀਨ ਏ ਇਲਾਹੀ ਕੀ ਕੀਤਾ ਸੀ? ਧਰਮ ਚਲਾਇਆ ਸੀ। ਇਬਾਦਤ ਖਾਨਾ ਵੀ ਕਿਸਨੇ ਬਣਵਾਇਆ ਸੀ? ਅਕਬਰ ਨੇ ਬਣਵਾਇਆ ਸੀ। ਇੱਕ ਫਤਿਹਪੁਰ ਸਿਕਰੀਆਂ ਜੋ ਸਿਟੀ ਸੀ ਉਹ ਵੀ ਕਿਸਨੇ ਵਸਾਈ ਸੀ? ਅਕਬਰ ਨੇ ਹੀ ਵਸਾਈ ਸੀ। ਨੈਕਸਟ ਹੈ, ਕਹਿੰਦੇ ਵਿਚ ਇਜ਼ ਗੁਰੂ ਨੋਨ ਐਜ਼ ਸੇਵੀਅਰ ਆਫ ਤਿਲਕ ਜਨਾਊ। ਕਹਿੰਦੇ ਤਿਲਕ ਜਨਾਊ ਦੀ ਰੱਖਿਆ ਪ੍ਰੋਟੈਕਟ ਕਰਨ ਵਾਲੇ ਕਿਹਨਾਂ ਨੂੰ ਕਿਹਾ ਜਾਂਦਾ ਹੈ? ਬਹੁਤ ਈਜ਼ੀ ਕੁਐਸਚਨ ਹੈ। ਉਹ ਗੁਰੂ ਸਾਹਿਬਾਨ ਜਿਨ੍ਹਾਂ ਨੇ ਕਸ਼ਮੀਰੀ ਪੰਡਤਾਂ ਕਰਕੇ ਸ਼ਹੀਦੀ ਪ੍ਰਾਪਤ ਕੀਤੀ ਸੀ। ਤਾਂ ਆਨਸਰ ਹੋਏਗਾ ਆਪਸ਼ਨ ਸੀ ਗੁਰੂ ਤੇਗ ਬਹਾਦਰ ਜੀ, ਸਿੱਖਾਂ ਦੇ 9th ਗੁਰੂ ਸਨ। ਉਹਨਾਂ ਨੇ ਅਨੰਦਪੁਰ ਸਾਹਿਬ, ਠੀਕ ਹੈ ਜੀ, ਅਨੰਦਪੁਰ ਸਾਹਿਬ ਉਹਨਾਂ ਦੇ ਦੁਆਰਾ ਹੀ ਵਸਾਇਆ ਗਿਆ ਸੀ। ਗੁਰੂ ਤੇਗ ਬਹਾਦਰ ਜੀ ਦੇ ਦੁਆਰਾ ਅਨੰਦਪੁਰ ਸਾਹਿਬ ਨੂੰ ਵਾਈਟ ਸਿਟੀ ਆਫ ਪੰਜਾਬ ਕਿਹਾ ਜਾਂਦਾ ਹੈ। ਇਸ ਨੂੰ ਮੱਖੋਵਾਲ ਵੀ ਕਿਹਾ ਜਾਂਦਾ ਹੈ। ਇੱਥੇ ਹੀ
ਪੰਜ ਪਿਆਰਿਆਂ ਦੀ ਚੋਣ ਕੀਤੀ ਗਈ ਸੀ। ਖਾਲਸਾ ਪੰਥ ਦੀ 1699 ਦੇ ਵਿੱਚ ਸਾਜਨਾ ਕੀਤੀ ਗਈ ਸੀ ਤੇ ਗੁਰੂ ਤੇਗ ਬਹਾਦਰ ਜੀ ਨੂੰ ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ, ਹਿੰਦ ਦੀ ਚਾਦਰ ਵੀ ਕਿਹਾ ਜਾਂਦਾ ਹੈ। ਇਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ ਦਿੱਲੀ ਚਾਂਦਨੀ ਚੌਂਕ ਦੇ ਵਿੱਚ। ਨੈਕਸਟ ਕੁਐਸਚਨ ਹੈ ਜੀ ਸਾਡਾ, ਕਹਿੰਦੇ ਵਿਚ ਆਫ ਦ ਫੋਲੋਇੰਗ ਇਜ਼ ਨਾਟ ਦ ਬਾਣੀ ਕੰਪੋਜੀਸ਼ਨ ਆਫ ਗੁਰੂ ਨਾਨਕ ਦੇਵ ਜੀ ਦੀ। ਕਹਿੰਦੇ ਨੀਚੇ ਦਿੱਤਿਆਂ ਦੇ ਵਿੱਚੋਂ ਕਿਹੜੀ ਬਾਣੀ ਹੈ ਜਿਹੜੀ ਗੁਰੂ ਨਾਨਕ ਦੇਵ ਜੀ ਦੇ ਦੁਆਰਾ ਨਹੀਂ ਲਿਖੀ ਗਈ, ਕੰਪੋਜ਼ ਨਹੀਂ ਕੀਤੀ ਗਈ। ਦੇਖੋ ਮੈਂ ਸਾਰੀਆਂ ਬਾਣੀਆਂ ਆਲਮੋਸਟ ਤੁਹਾਨੂੰ ਕਰਵਾ ਚੁੱਕੀ ਹਾਂ, ਤੁਸੀਂ ਇਸ ਕੁਐਸਚਨ ਦਾ ਆਨਸਰ ਕਮੈਂਟ ਬਾਕਸ ਦੇ ਵਿੱਚ ਦੇ ਸਕਦੇ ਹੋ। 12 ਮਹਾ ਗੁਰੂ ਨਾਨਕ ਦੇਵ ਜੀ ਦੀ ਕੰਪੋਜੀਸ਼ਨ ਹੈ। ਜਪਜੀ ਸਾਹਿਬ, ਆਸਾ ਦੀ ਵਾਰ, ਬਟ ਜਾਪ ਸਾਹਿਬ ਇਜ਼ ਨਾਟ ਅ ਕੰਪੋਜ਼ਡ ਬਾय ਗੁਰੂ ਨਾਨਕ ਦੇਵ ਜੀ। ਆਪਸ਼ਨ ਸੀ ਇਜ਼ ਅ ਰਾਈਟ ਆਨਸਰ। ਵੈਸੇ ਤੁਸੀਂ ਇਸ ਕੁਐਸਚਨ ਦਾ ਆਨਸਰ ਦੇ ਸਕਦੇ ਸੀ, ਆਪਸ਼ਨ ਸੀ ਇਜ਼ ਅ ਰਾਈਟ ਆਨਸਰ। ਸੋ ਇਸ ਦੇ ਨਾਲ ਹੀ ਸਾਰੇ ਅੱਜ ਦੇ ਕੁਐਸਚਨਸ ਕੰਪਲੀਟ ਹੁੰਦੇ ਨੇ। ਹੋਪਫੁਲੀ ਤੁਹਾਨੂੰ ਵੀਡੀਓ ਪਸੰਦ ਆਈ ਹੋਵੇਗੀ। ਅਗਰ ਵਧੀਆ ਲੱਗਦੀ ਹੈ ਵੀਡੀਓ ਤਾਂ ਲਾਈਕ ਐਂਡ ਸ਼ੇਅਰ ਜ਼ਰੂਰ ਕਰਨਾ। ਥੈਂਕ ਯੂ ਸੋ ਮਚ। ਮਿਲਦੇ ਹਾਂ ਨੈਕਸਟ ਲੈਕਚਰ।